ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੈਂ ਘਨਸ਼ਾਮ ਥੋਰੀ ਡਿਪਟੀ ਕਮਿਸ਼ਨਰ ਜਲੰਧਰ। ਮੈਂ ਅੱਜ ਤੋਂ ਤਕਰੀਬਨ 3 ਹਫ਼ਤਾ ਪਹਿਲਾਂ 16 ਜੂਨ ਨੂੰ ਇੱਥੇ ਬਤੌਰ ਡਿਪਟੀ ਕਮਿਸ਼ਨਰ ਚਾਰਜ ਸੰਭਾਲਿਆ ਸੀਗਾ। ਮੈਂ ਆਪ ਜੀ ਦੇ ਨਾਲ ਅੱਜ ਪਹਿਲੀ ਵਾਰ ਸਿੱਧੇ ਤੌਰ ਤੇ ਰੂਬਰੂ ਹੋ ਰਿਹਾ ਕਿਉਂਕਿ ਇੰਨਾ ਸਮਾਂ ਮੈਨੂੰ ਲੱਗਿਆ ਕਿਉਂਕਿ ਮੈਂ ਪਹਿਲਾਂ ਚਾਹੁੰਦਾ ਸੀਗਾ ਖਾਸ ਕਰ ਕੋਵਿਡ ਨੂੰ ਦੇਖਦੇ ਹੋਏ ਸਾਰੇ ਜ਼ਿਲ੍ਹੇ ਦੀ ਹੈਲਥ ਇਨਫਰਾਸਟ੍ਰਕਚਰ ਨੂੰ ਅਸੀਂ ਦੇਖ ਲਈਏ ਕੀ ਇੱਥੇ ਲੈਵਲ 1 ਦੀ ਲੈਵਲ 2 ਲੈਵਲ 3 ਕਿੱਥੇ ਫੈਸਿਲਿਟੀ ਹੈ ਤੇ ਜਿਹੜੇ ਕੋਈ ਕੋਵਿਡ ਦੇ ਵਿੱਚ ਕੇਸਿਸ ਵਧਦੇ ਨੇ ਤੇ ਕਿੱਥੇ ਆਪਣੀ ਹੋਰ ਸਹੂਲਤਾਂ ਵਧਾ ਸਕਦੇ ਨੇ। ਤੇ ਆ ਤਕਰੀਬਨ 2-3 ਹਫ਼ਤੇ ਅਸੀਂ ਲਗਾਤਾਰ ਰੋਜ਼ ਹੀ ਵੱਖ-ਵੱਖ ਫੈਸਿਲਿਟੀ ਜਿੱਦਾਂ ਕਿ ਸਾਡੀ ਮੈਰੀਟੋਰੀਅਸ ਦੇ ਵਿੱਚ ਕੋਵਿਡ ਕੇਅਰ ਸੈਂਟਰ ਚੱਲਦਾ ਹੈ, ਪਿਮਸ ਹਸਪੀਟਲ, ਉਸ ਤੋਂ ਇਲਾਵਾ ਜਿੱਥੇ ਕੁਆਰੰਟਾਈਨ ਸੈਂਟਰ ਬਣੇ ਗਏ ਨੇ NIT ਜਲੰਧਰ ਦੇ ਵਿੱਚ, ਹੋਰ ਵੀ ਵੱਖਰੇ ਅਸੀਂ ਪ੍ਰੀਮਾਈਸਿਸ ਮੈਂ ਜਾ ਕੇ ਦੇਖੇ ਆਪ ਤਾਂ ਕਿ ਮੈਨੂੰ ਇੱਕ ਆਈਡੀਆ ਲੱਗ ਜਾਵੇ ਵੀ ਕਿੱਥੇ ਸਾਨੂੰ ਭਵਿੱਖ ਦੇ ਵਿੱਚ ਹੋਰ ਜੇਕਰ ਲੋੜ ਪੈਂਦੀ ਹੈ ਤਾਂ ਕਿੱਥੇ ਅਸੀਂ ਇਨਫਰਾਸਟ੍ਰਕਚਰ ਹੋਰ ਕ੍ਰੀਏਟ ਕਰ ਸਕਦੇ ਹਾਂ। ਤੇ ਉਹ ਮੈਂ ਹੁਣ ਵਿਜ਼ਿਟ ਕਰ ਲਈ ਸੀਗੀ ਤੇ ਆਪਦੇ ਨਾਲ ਕੁਝ ਗੱਲਾਂ ਮੈਂ ਸਾਂਝੀਆਂ ਕਰਨਾ ਚਾਹ ਰਿਹਾ ਸੀਗਾ। ਇਸ ਸਮੇਂ ਜਿਹੜੀ ਡਿਸਟ੍ਰਿਕਟ ਜਲੰਧਰ ਦੀ ਅੱਜ ਦੀ ਜਿਹੜੀ ਪੋਜੀਸ਼ਨ ਹੈ ਉਹਦੇ ਵਿੱਚ ਟੋਟਲ ਸਾਡੇ ਕੋਲ 934 ਟੋਟਲ ਕੇਸ ਪੋਜ਼ਿਟਿਵ ਆਏ ਨੇ, ਜਿਨ੍ਹਾਂ ਦੇ ਵਿੱਚੋਂ ਤਕਰੀਬਨ 66% 2/3 ਮਤਲਬ ਦੋ ਜਿਹੜੇ ਹੈਗੇ ਉਹ 616 ਪੇਸ਼ੈਂਟ ਸਾਡੇ ਕੋਲੋਂ ਟ੍ਰੀਟ ਹੋ ਕੇ ਡਿਸਚਾਰਜ ਹੋ ਚੁੱਕੇ ਨੇ ਤੇ ਇਸ ਸਮੇਂ ਜਿਹੜੇ ਐਕਟਿਵ ਕੇਸ ਨੇ ਉਹ 296 ਨੇ। ਸੋ ਤਕਰੀਬਨ 2/3 ਪੇਸ਼ੈਂਟਸ ਡਿਸਚਾਰਜ ਹੋ ਕੇ ਘਰ ਜਾ ਚੁੱਕੇ ਨੇ ਤੇ 1/3 ਰਫਲੀ ਜਿੰਨੇ ਪੇਸ਼ੈਂਟ ਆਏ ਨੇ ਉਹ ਸਾਡੇ ਕੋਲ ਹਲੇ ਵੀ ਐਕਟਿਵ ਕੇਸਿਸ ਨੇ ਜਿਹੜੇ ਕਿ ਵੱਖ-ਵੱਖ ਸਾਡੇ ਕੋਲ ਲੈਵਲ 1 ਲੈਵਲ 2 ਲੈਵਲ 3 ਫੈਸਿਲਿਟੀਜ਼ ਦੇ ਵਿੱਚ ਉਹਨਾਂ ਦਾ ਇਲਾਜ ਚੱਲ ਰਿਹਾ ਹੈ। ਸੋ ਕੋਵਿਡ ਦੀ ਮੇਰੀ ਸਮਝ ਦੇ ਅਕੋਰਡਿੰਗ ਕੋਵਿਡ ਦੀ ਜਿਹੜੀ ਮੈਨੇਜਮੈਂਟ ਹੈ ਉਹ 3 ਲੈਵਲ ਤੇ ਅਸੀਂ ਡੀਲ ਕਰਦੇ। ਸਭ ਤੋਂ ਪਹਿਲੇ ਸਾਡੀ ਅਪਰੋਚ ਰਹਿੰਦੀ ਹੈ ਵੀ ਜਿਹੜੇ ਪੋਜ਼ਿਟਿਵ ਕੇਸਿਸ ਨੇ ਕਿੱਦਾਂ ਇਹਨਾਂ ਨੂੰ ਟਰੈਕ ਕਰਕੇ ਪੋਜ਼ਿਟਿਵ ਕੇਸਿਸ ਨੂੰ ਮਿਨੀਮਾਈਜ਼ ਕੀਤਾ ਜਾਵੇ। ਦੂਜਾ ਇਹ ਸਾਡਾ ਹਮੇਸ਼ਾ ਖਿਆਲ ਰਹਿੰਦਾ ਹੈ ਵੀ ਜਿੱਦਾਂ ਕੋਈ ਕੇਸ ਅਗਰ ਵੱਧਦੇ ਨੇ ਭਵਿੱਖ ਦੇ ਵਿੱਚ ਸਾਡੇ ਕੋਲ ਟ੍ਰੀਟਮੈਂਟ ਦੀ ਫੈਸਿਲਿਟੀਜ਼ ਭਾਵੇਂ ਜਿੱਥੇ ਕੇਸ ਵਧਦੇ ਵੀ ਹੈ ਤਾਂ ਸਫੀਸ਼ੀਐਂਟ ਨੰਬਰ ਆਫ ਫੈਸਿਲਿਟੀਜ਼ ਸਫੀਸ਼ੀਐਂਟ ਨੰਬਰ ਆਫ ਬੈੱਡਸ ਭਾਵੇਂ ਉਹ ਲੈਵਲ 1 ਦੇ ਬੈੱਡ ਹੋ ਲੈਵਲ 2 ਆਕਸੀਜਨ ਸਪਲਾਈ ਦੇ ਬੈੱਡ ਹੋਣ ਵੈਂਟੀਲੇਟਰਸ ਹੋ ਉਹ ਸਫੀਸ਼ੀਐਂਟ ਮਾਤਰਾ ਦੇ ਵਿੱਚ ਰਹਿਣ ਤਾਂ ਕਿ ਕੋਈ ਵੀ ਇਲਾਜ ਪੱਖੋਂ ਵਾਂਝਾ ਨਾ ਰਵੇ। ਤੀਜੀ ਤੇ ਸਭ ਤੋਂ ਇੰਪੋਰਟੈਂਟ ਸਾਡੀ ਅਪਰੋਚ ਹੁੰਦੀ ਹੈ ਵੀ ਅਸੀਂ ਕੇਸ ਫੈਟੈਲਿਟੀ ਰੇਟ ਜਿਹਨੂੰ ਅਸੀਂ ਨਾਰਮਲ ਸ਼ਬਦਾਂ ਦੇ ਵਿੱਚ ਡੈਥ ਰੇਟ ਵੀ ਕਹਿ ਸਕਦੇ ਵੀ ਅਸੀਂ ਮੌਤਾਂ ਦੇ ਉੱਤੇ ਕੰਟਰੋਲ ਕਰੀਏ ਤਾਂ ਕਿ ਸਾਡੀ ਜਿਹੜੀ CFR ਹੋਵੇ ਉਹ ਘੱਟ ਤੋਂ ਘੱਟ ਹੋਵੇ। ਤੇ ਇਹ ਬ੍ਰੌਡਲੀ 3 ਚੀਜ਼ਾਂ ਨੇ ਜਿਨ੍ਹਾਂ ਦੇ ਉੱਤੇ ਸਾਡਾ ਫੋਕਸ ਰਹਿੰਦਾ ਹੈ। ਪਹਿਲਾਂ ਮੈਂ ਗੱਲ ਕਰਨਾ ਚਾਹਾਂਗਾ ਵੀ ਪੋਜ਼ਿਟਿਵ ਕੇਸਿਸ ਦੇ ਉੱਤੇ ਆਪਾਂ ਕਿੱਦਾਂ ਕੰਟਰੋਲ ਕਰ ਸਕਦੇ ਹਾਂ। ਇਹਦੇ ਵਿੱਚ ਸਭ ਤੋਂ ਵੱਡਾ ਮੈਂ ਆਪ ਜੀ ਸਾਰਿਆਂ ਤੋਂ ਅਪੀਲ ਵੀ ਕਰਦਾ ਵੀ ਜਿਹੜੇ ਅਵੇਅਰਨੈਸ ਹੁਣ ਤੱਕ ਕੋਵਿਡ ਨੂੰ ਲੈ ਕੇ ਜਿਹੜੇ ਵੀ ਆਪਾਂ ਕਦਮ ਚੁੱਕਣੇ ਨੇ ਭਾਵੇਂ ਉਹ ਮਾਸਕ ਪਾਣਾ ਹੋਵੇ ਭਾਵੇਂ ਹੱਥ ਸੈਨੀਟਾਈਜ਼ਰ ਨਾਲ ਜਾਂ ਸਾਬੁਨ ਨਾਲ ਧੋਣੇ ਹੋਣ ਉਹ ਸਾਰੇ ਸੋਸ਼ਲ ਡਿਸਟੈਂਸਿੰਗ ਦੇ ਨਾਰਮ ਆਪਾਂ ਸਾਰੇ ਜਾਣਦੇ ਹਾਂ। ਤੇ ਸਭ ਤੋਂ ਪਹਿਲਾਂ ਤਾਂ ਇਹ ਹੈ ਜਿਹੜੀ ਵੋਲੰਟਰੀਲੀ ਕੰਪਲਾਈਂਸ ਜਿਹੜੀ ਪਬਲਿਕ ਤੋਂ ਸਾਨੂੰ ਮਿਲ ਸਕਦੀ ਹੈ ਉਹਦੇ ਕਰਕੇ ਸਾਡਾ ਜਿਹੜੇ ਵੀ ਐਫਰਟਸ ਹੈ ਉਹਦੇ ਵਿੱਚ ਬਹੁਤ ਜ਼ਿਆਦਾ ਇਜ਼ਾਫਾ ਹੋਊਗਾ ਕਿਉਂਕਿ ਅਸੀਂ ਪੋਜ਼ਿਟਿਵ ਕੇਸ ਸਭ ਤੋਂ ਪਹਿਲਾ ਸਟੈਪ ਹੈ ਪ੍ਰੀਕਾਸ਼ਨਸ ਤੋਂ ਕੰਟਰੋਲ ਕਰ ਸਕਦੇ ਹਾਂ। ਦੂਜੀ ਉਸ 'ਚ ਸਟ੍ਰੈਟਜੀ ਹੈ ਐਨਫੋਰਸਮੈਂਟ ਦੀ ਜਿਹਦੇ ਕਰਕੇ ਸਿਵਲ ਐਂਡ ਪੁਲਿਸ ਦੀ ਜੁਆਇੰਟ ਟੀਮਾਂ ਸੈਪਰੇਟਲੀ ਵੀ ਚਲਾਨ ਡਰਾਈਵ ਵੀ ਚੱਲਦੀ ਹੈ। ਪਰ ਮੈਂ ਫੇਰ ਵੀ ਇਹ ਚਾਹਾਂਗਾ ਕਿ ਵੱਧ ਤੋਂ ਵੱਧ ਆਪ ਜੀ ਸਾਰਿਆਂ ਦਾ ਸਾਨੂੰ ਸਹਿਯੋਗ ਮਿਲੇ ਤਾਂ ਕਿ ਅਸੀਂ ਇੱਕ ਪੋਜ਼ਿਟਿਵ ਕੇਸ ਦੇ ਉੱਤੇ ਕੰਟਰੋਲ ਕਰ ਸਕੇ ਥਰੂ ਪ੍ਰੀਕਾਸ਼ਨਸ। ਤੇ ਜਿਹੜੀ ਸਾਡੀ ਤੀਜੀ ਸਟ੍ਰੈਟਜੀ ਰਹਿੰਦੀ ਹੈ ਉਹ ਹੁਣ ਜਦੋਂ ਅਸੀਂ ਰੋਜ਼ ਪੋਜ਼ਿਟਿਵ ਕੇਸਿਸ ਦਾ ਐਨਾਲਿਸਿਸ ਕਰਦੇ ਤੇ ਅਸੀਂ ਏਰੀਆ ਵਾਈਜ਼ ਉਹਦੀ ਮੈਪਿੰਗ ਕਰਦੇ ਵੀ ਕਿੱਥੇ ਕਿੰਨੇ ਕੇਸ ਆ ਰਹੇ ਨੇ ਤੇ ਉਹਦੇ ਕਰਕੇ ਅਸੀਂ ਫਿਰ ਜਿੱਥੇ 15 ਤੋਂ ਵੱਧ ਕੇਸ ਹੋ ਜਾਂਦੇ ਨੇ ਉੱਥੇ ਕੰਟੇਨਮੈਂਟ ਜ਼ੋਨ ਬਣਾਇਆ ਜਾਂਦਾ ਹੈ ਤੇ ਜਿੱਥੇ 5 ਕੇਸ ਵੀ ਆ ਜਾਂਦੇ ਕਿਸੇ ਪਾਰਟਿਕੂਲਰ ਮੁਹੱਲੇ ਦੇ ਵਿੱਚ ਤੇ ਇੱਕ ਮਾਈਕਰੋ ਕੰਟੇਨਮੈਂਟ ਜ਼ੋਨ ਜਿੱਥੇ 500 ਤੱਕ ਦੀ ਆਬਾਦੀ ਨੂੰ ਅਸੀਂ ਸੀਲ ਕਰਦੇ ਹਾਂ 10 ਦਿਨਾਂ ਲਈ। ਸੋ ਇਹਦਾ ਪਰਪਸ ਇਹ ਹੁੰਦਾ ਹੈ ਵੀ ਤੁਹਾਨੂੰ ਪਤਾ ਚੱਲ ਗਿਆ ਤਾਂ ਕਿ ਅਸੀਂ ਕੰਟੇਨਮੈਂਟ ਕਰਕੇ ਉੱਥੇ ਪੂਰੀ ਮੂਵਮੈਂਟ ਰੋਕਦੇ ਹਾਂ। ਸਿਵਲ ਪੁਲਿਸ ਤੇ ਮੈਡੀਕਲ ਟੀਮਾਂ ਉੱਥੇ ਜਾਂਦੀਆਂ ਨੇ ਫਿਰ ਉੱਥੇ ਡੋਰ ਟੂ ਡੋਰ ਐਕਟਿਵ ਡੋਰ ਟੂ ਡੋਰ ਸਰਵੇਲੈਂਸ ਕਰਕੇ ਅਸੀਂ ਦੇਖਦੇ ਹਾਂ ਕਿਸੇ ਨੂੰ ਕੋਮੋਰਬਿਡਿਟੀ ਹੈ ਤੇ ਉਹਨਾਂ ਦਾ ਟੈਸਟ ਕੀਤਾ ਜਾਵੇ ਤੇ ਪ੍ਰੋਪਰ ਉਸ ਏਰੀਆ ਦੀ ਸੀਲਿੰਗ ਰਵੇ ਤਾਂ ਕਿ ਜਿਹੜਾ ਵਾਇਰਸ ਦਾ ਸਪਰੈਡ ਹੈ ਉਸੇ ਏਰੀਆ ਦੇ ਵਿੱਚ ਸੀਮਿਤ ਰੱਖਿਆ ਜਾ ਸਕਦਾ। ਸੋ ਕੰਟੇਨਮੈਂਟ ਤੇ ਮਾਈਕਰੋ ਕੰਟੇਨਮੈਂਟ ਦੇ ਵਿੱਚ ਸਾਨੂੰ ਲੋਕਾਂ ਦਾ ਵੀ ਬਹੁਤ ਸਹਿਯੋਗ ਦੀ ਲੋੜ ਹੈ ਕਿਉਂਕਿ ਜਦੋਂ ਇਹ ਏਰੀਆ ਡਿਕਲੇਅਰ ਹੋ ਜਾਂਦਾ ਹੈ ਮੈਨੂੰ ਪਤਾ ਹੈ ਵੀ ਕਾਫੀ ਲੋਕਾਂ ਨੂੰ ਤਕਲੀਫ ਵੀ ਹੁੰਦੀ ਹੈ ਤੇ ਅਸੀਂ
ਆਪਣੇ ਸਟਾਫ ਨੂੰ ਕਿਹਾ ਵੀ ਉੱਥੇ ਡੋਰ ਟੂ ਡੋਰ ਜਿਹੜੀ ਐਕਟਿਵ ਸਰਵੇਲੈਂਸ ਹੁੰਦੀ ਹੈ ਤੇ ਆਸ਼ਾ ਵਰਕਰਸ ਜਦੋਂ ਘਰੇ ਜਾਂਦੀਆਂ ਨੇ ਤੇ ਉਹ ਪੁੱਛਦੀਆਂ ਨੇ ਵੀ ਕੋਈ ਸਿੰਪਟੋਮੈਟਿਕ ਹੈ, ਕਿਉਂਕਿ ਜਦੋਂ ਕੋਈ ਏਰੀਆ ਕੰਟੇਨਮੈਂਟ ਜਾਂ ਮਾਈਕਰੋ ਕੰਟੇਨਮੈਂਟ ਦੇ ਵਿੱਚ ਡਿਕਲੇਅਰ ਹੋ ਜਾਂਦਾ ਹੈ ਤੇ ਉੱਥੇ ਹੈਲਥ ਡਿਪਾਰਟਮੈਂਟ ਦੇ ਆਸ਼ਾ ਵਰਕਰ ਸਾਰੇ ਘਰਾਂ ਦੇ ਵਿੱਚ ਡੋਰ ਟੂ ਡੋਰ ਜਾ ਕੇ ਉਹਨਾਂ ਤੋਂ ਪੁੱਛਦੇ ਨੇ ਵੀ ਕੋਈ ਬਜ਼ੁਰਗ ਹੈ ਜਾਂ ਕੋਮੋਰਬਿਡਿਟੀ ਹੈ, ਕਿਸੇ ਨੂੰ ਸ਼ੂਗਰ ਹੈ, ਹਾਈ ਬੀਪੀ ਹੈ, ਤੇ ਉਹਨਾਂ ਦਾ ਟੈਸਟ ਜ਼ਰੂਰ ਕੀਤਾ ਜਾਵੇ। ਜੇਕਰ ਉਹ ਪੋਜ਼ਿਟਿਵ ਆਉਂਦੇ ਤਾਂ ਟਾਈਮਲੀ ਇਲਾਜ ਹੋ ਜਾਂਦਾ। ਤਾਂ ਕਿਉਂਕਿ ਮੈਕਸਿਮਮ ਜਿਹੜੀ ਸਾਡੇ ਜਿੱਥੇ ਵੀ ਮੌਤ ਹੁੰਦੀ ਹੈ ਉਹਨਾਂ ਦੀ ਕੋਈ ਨਾ ਕੋਈ ਕੋਮੋਰਬਿਡਿਟੀ ਜਾਂ 올ਡ ਏਜ ਪੇਸ਼ੈਂਟ ਹੁੰਦੇ ਨੇ, तो टाइमली डिटेक्शन एक्टिव सर्वेलेंस करके बहुत जरूरी है जिथे ज़्यादा ये कोविड के केसेस फैल जाते हैं। तो मैं सारिਆਂ ਨੂੰ अपील करदा भी ਜਦੋਂ भी हैल्थ डिपार्टमेंट की आशा वर्कर्स उत्थे ਜਾਂਦੀਆਂ ਨੇ तो उन्होंने पूरा सहयोग दिता जाए। पिछे असी सारे उन इलाका के काउंसलर साहिबान नाल भी सिविल सर्जन के द्वारा मीटिंग की गई है। असी मेयर साहब कमिश्नर साहब ਨੂੰ भी लिख चुके हैं भी उन्होंने तो ਵੱਧ ਤੋਂ ਵੱਧ ਚੁਣੇ ਹੋਏ ਨੁਮਾਇੰਦਾ ਦੀ ਵੀ ਇਨਵੋਲਵਮੈਂਟ ਕੀਤੀ ਜਾਵੇ ਕਿ ਅਸੀਂ ਲੋਕਾਂ ਦੇ ਸਹਿਯੋਗ ਨਾਲ ਡੋਰ ਟੂ ਡੋਰ ਜਿਹੜਾ ਕੈਂਪੇਨ ਚੱਲਦਾ ਹੈ ਜਿੱਥੇ ਕੰਟੇਨਮੈਂਟ ਤੇ ਮਾਈਕਰੋ ਕੰਟੇਨਮੈਂਟ ਦੇ ਵਿੱਚ ਤੇ ਉੱਥੇ ਸਫਲ ਹੋਵੇ। ਤੇ ਅਸੀਂ ਸਿਵਲ ਇੰਚਾਰਜ ਨੂੰ ਵੀ ਕਹਿੰਦੇ ਵੀ ਜਿੱਥੇ ਕੋਈ ਬੜੇ ਹੀ ਗਰੀਬ ਪਰਿਵਾਰ ਨੇ ਜਿੱਥੇ ਕੋਈ ਇਸ ਟਾਈਪ ਦੀ ਦਿੱਕਤ ਆ ਰਹੀ ਹੈ ਤੇ ਜ਼ਰੂਰ ਫ੍ਰੀ ਰਾਸ਼ਨ ਦੀ ਵੀ ਡਿਲੀਵਰੀ ਕੰਟੇਨਮੈਂਟ ਤੇ ਮਾਈਕਰੋ ਕੰਟੇਨਮੈਂਟ ਦੇ ਵਿੱਚ ਪ੍ਰਸ਼ਾਸਨ ਵੱਲੋਂ ਕੀਤੀ ਜਾਊਗੀ। ਕੰਟੇਨਮੈਂਟ ਤੇ ਮਾਈਕਰੋ ਕੰਟੇਨਮੈਂਟ ਜਿਹੜਾ ਪੋਜ਼ਿਟਿਵ ਨੂੰ ਕੰਟਰੋਲ ਕਰਨ ਤੋਂ ਬਾਅਦ ਸਾਡਾ ਫੋਕਸ ਰਹਿੰਦਾ ਹੈ ਵੀ ਇਲਾਜ ਪੱਖੋਂ ਸਾਡੀ ਕਿਸ ਲੈਵਲ ਤੇ ਤਿਆਰੀ ਹੈ। ਤੇ ਇਨੀਸ਼ੀਅਲੀ ਜਦੋਂ ਮੈਂ ਇੱਥੇ ਜੁਆਇਨ ਕੀਤਾ ਅਸੀਂ ਦੇਖਿਆ ਵੀ ਸਾਡੇ ਮੈਰੀਟੋਰੀਅਸ ਹਸਪੀਟਲ ਮੈਰੀਟੋਰੀਅਸ ਜਿਹੜਾ ਕੋਵਿਡ ਕੇਅਰ ਸੈਂਟਰ ਚੱਲ ਰਿਹਾ ਉੱਥੇ 700 ਬੈੱਡ ਆਪਰੇਸ਼ਨਲਾਈਜ਼ ਸੀਗੇ। ਕੁਝ ਉੱਥੇ ਇਨਫਰਾਸਟ੍ਰਕਚਰ ਦੇ ਵਿੱਚ ਕਮੀ ਆਇਆ ਸੀ ਹੁਣ ਉੱਥੇ ਕਿਉਂਕਿ ਡਾਕਟਰ ਰੂਮ ਦੇ ਵਿੱਚ ਡਿਊਟੀ ਰੂਮ ਦੇ ਵਿੱਚ ਕਿਉਂਕਿ ਉਹ ਪੀਪੀ ਕਿਟ ਪਾ ਕੇ ਕੰਮ ਕਰਦੇ ਨੇ ਤੇ ਉੱਥੇ ਵੀ 에ਅਰ ਕੰਡੀਸ਼ਨਰ ਨਹੀਂ ਲੱਗੇ ਸੀਗੇ ਤੇ ਅਸੀਂ ਉਹਨਾਂ ਨੂੰ ਉਹ ਸੁਵਿਧਾ ਉੱਥੇ ਪ੍ਰੋਵਾਈਡ ਕੀਤੀਆਂ ਨੇ। ਬੈੱਡ ਵੀ ਅਸੀਂ ਉੱਥੇ 700 ਤੋਂ 1000 ਕਰ ਲਏ। ਉਸ ਤੋਂ ਇਲਾਵਾ ਇੱਕ ਹੋਰ ਫੈਸਿਲਿਟੀ 1000 ਬੈੱਡ ਦੀ ਅਸੀਂ ਤਿਆਰ ਕਰ ਲਈ ਹੈ, ਉਹਦੀ ਨੋਟੀਫਿਕੇਸ਼ਨ ਹੁਣੇ ਹੀ ਕਰਨ ਲੱਗੇ ਆ। ਅਗਲੇ ਹਫਤੇ ਦੇ ਵਿੱਚ ਉਸ ਦੀ ਨੋਟੀਫਿਕੇਸ਼ਨ ਹੋ ਜੂਗੀ ਤਾਂ ਕਿ ਸਾਡੇ ਲੈਵਲ 1 ਦੇ ਬੈੱਡ ਹੈ ਜਿੱਥੇ ਨਾਰਮਲੀ ਅਸੀਂ ਉਹ ਪੋਜ਼ਿਟਿਵ ਪੇਸ਼ੈਂਟ ਰੱਖਦੇ ਜਿਹੜੇ ਏਸਿਮਟੋਮੈਟਿਕ ਹੋਣ ਤੇ ਜਿਨ੍ਹਾਂ ਦੇ ਉੱਤੇ ਕੋਈ ਕੋਮੋਰਬਿਡਿਟੀ ਜਾਂ ਕੋਈ ਇਸ ਟਾਈਪ ਦਾ ਖਤਰਾ ਨਾ ਹੋ। तो इत्थे साढ़े 2000 बैड की तैयारी है पर यदी असी इन्नी आगे जाके असी मैं विजिट करके देख लेने बैड कि इनू 5000 तक अज की डेट च भी मेरे दिमाग दे विच है भी कित्थे बैड्स की अगर जेकर लोड़ पई तो असी इनू वधा सकते हैं। इस तो बाद लैवल 2 की फैसिलिटी आती है जिथे असी मानते कि पाइप्ड ऑक्सीजन सप्लाई पेशेंट नू जरूर मिलनी चाहिए है। वो उदों सिविल हॉस्पिटल दे विच 80 बैड सीगे। उस तो बाद असी मैं कहा भी उत्थे 50 बैड आपां होर थ्रू जिहड़ा साडे कोल CSR फंड्स अवेलेबल ने उत्थे 50 बैड ते होर पाइप्ड ऑक्सीजन सप्लाई इंस्टॉल करवा लईए ते असी टेंडर फ्लोट कर दिते ने ते अगले ही हफ्ते असी सिविल हॉस्पिटल दे 340 टोटल बैड ने 340 तो 316 दे उत्ते पाइप्ड ऑक्सीजन सप्लाई कर देनी है। उस तो इलावा जिहड़े 24 बैड रहिंदे ने वो सारे दे सारे ICU प्लस 12 वेंटिलेटर ਦੇ ਨਾਲ ਲੈਵਲ 3 ਫੈਸਿਲਿਟੀ ਲਈ ਤਿਆਰ ਕਰ ਲਏ। ਉਸ ਤੋਂ ਇਲਾਵਾ ਵੀ ਮੈਂ ਹੁਣ ਇਸੇ ਹਫਤੇ ਸਾਡੇ 3 ਅਰਬਨ PHCs ਨੇ ਉੱਥੇ ਤਕਰੀਬਨ 100 ਬੈੱਡ ਦੀ ਕੈਪੈਸਿਟੀ ਹੈ ਤੇ ਸਿਵਲ ਸਰਜਨ ਮੈਡਮ ਨਾਲ ਗੱਲ ਕਰਕੇ ਉੱਥੇ ਵੀ ਜਿੰਨਾ ਇਹਨਾਂ ਨੂੰ ਕਿਹਾ ਵੀ ਉਹ ਸਾਰੇ ਦੇ ਸਾਰੇ 100 ਬੈੱਡ ਵੀ ਅਸੀਂ ਪਾਈਪਡ ਆਕਸੀਜਨ ਸਪਲਾਈ ਨਾਲ ਕਵਰ ਕਰ ਲਈਏ ਤਾਂ ਕਿ ਸਾਡੇ ਲੈਵਲ 2 ਦੇ ਵਿੱਚ ਹੋਰ 100 ਬੈੱਡ ਦਾ ਇਜ਼ਾਫਾ ਇੱਥੇ ਹੋ ਜਾਊਗਾ। ਤੇ ਉਸ ਤੋਂ ਇਲਾਵਾ ਸਿਵਲ ਹਸਪੀਟਲ ਵੀ ਡੈਡੀਕੇਟਿਡ ਜਿਹੜਾ ਹੈਗਾ ਸਾਡੇ ਕੋਲ ਕੋਵਿਡ ਹਸਪੀਟਲ 340 ਬੈੱਡ ਦਾ ਤੇ ਤਕਰੀਬਨ ਸਾਡੇ ਕੋਲ 450 ਬੈੱਡ ਇਸ ਤਰੀਕੇ ਦੇ ਨਾਲ ਤਿਆਰ ਹੋ ਜਾਣੇ। ਅਸੀਂ ਇਸ ਤੋਂ ਇਲਾਵਾ ਵੀ IMA ਦੇ ਨਾਲ ਵੀ ਲਗਾਤਾਰ ਰਾਬਤਾ ਕਾਇਮ ਕਰਕੇ ਰੱਖਿਆ ਹੋਇਆ ਤਾਂ ਕਿ ਜੇਕਰ ਕੋਈ ਪ੍ਰਾਈਵੇਟ ਫੈਸਿਲਿਟੀ ਵੀ ਅੱਗੇ ਆਉਂਦੀ ਹੈ ਤੇ ਉਹਨਾਂ ਦੇ ਨਾਲ ਲੱਗ ਕੇ ਵੀ ਪਲੱਸ PIMS ਦੇ ਨਾਲ ਵੀ ਸਾਡਾ ਰੋਜ਼ ਰਾਬਤਾ ਕਾਇਮ ਹੈ ਤੇ ਉੱਥੇ ਵੀ ਕਿੱਦਾਂ ਅਸੀਂ ਕੈਪੈਸਿਟੀ ਵਧਾਉਣ ਦੇ ਵਿੱਚ ਲੋਡ ਪੈਣ ਤੇ ਉਹ ਵੀ ਬੈਕ ਆਫ ਦੀ ਮਾਈਂਡ ਹੈ ਵੀ ਲੈਵਲ 2 ਤੇ ਲੈਵਲ 3 ਤੇ ਫੁੱਲ ਬੈਡਸ ਦੀ। ਸਭ ਤੋਂ ਇੰਪੋਰਟੈਂਟ ਪੁਆਇੰਟ ਜਿਹੜਾ ਸਾਡੀ ਸਟ੍ਰੈਟਜੀ ਦੇ ਵਿੱਚ ਹੁੰਦਾ ਹੈ ਉਹ ਹੈ ਵੀ ਅਸੀਂ ਕਿੱਦਾਂ ਡੈਥ ਰੇਟ ਨੂੰ ਮਿਨੀਮਾਈਜ਼ ਕਰੀਏ। ਅੱਜ ਵੀ ਮੈਂ ਦੇਖ ਰਿਹਾ ਸੀਗਾ ਜਲੰਧਰ ਦਾ ਜਿਹੜਾ ਡੇਟਾ ਹੈ ਜੇਕਰ ਆਪਾਂ ਸਾਰੇ ਅਖਬਾਰ ਦੇ ਵਿੱਚ ਜਿਹੜੀ ਸਾਰੇ ਜ਼ਿਲ੍ਹਿਆਂ ਦੇ ਵਿੱਚ ਪੋਜ਼ਿਟਿਵ ਤੇ ਡੈਥ ਤੇ ਜੇਕਰ ਤੁਸੀਂ ਡੈਥਸ ਨੂੰ ਡਿਵਾਈਡ ਕਰਦੇ ਹੋ ਬਾਈ ਨੰਬਰ ਆਫ ਪੋਜ਼ਿਟਿਵ ਕੇਸਿਸ ਤੇ ਅਸੀਂ CFR ਕੇਸ ਫੈਟੈਲਿਟੀ ਰੇਟ ਕੈਲਕੂਲੇਟ ਕਰ ਸਕਦੇ ਹਾਂ। ਉਹਦੇ ਵਿੱਚ ਕਾਫੀ ਜਲੰਧਰ ਦੀ ਡੈਥ ਰੇਟ ਜਿਹੜੀ ਹੈ ਉਹ ਠੀਕ ਹੈ। ਅਸੀਂ CFR ਦੇ ਹਿਸਾਬ ਨਾਲ ਦੇਖੀਏ ਭਾਵੇਂ ਸਾਡੇ ਪੋਜ਼ਿਟਿਵ ਉੱਤੇ ਹੋਣ ਪਰ ਜੇਕਰ ਤੁਸੀਂ ਦੇਖੋ ਕਿ ਡੈਥਸ ਪਰ ਨੰਬਰ ਆਫ ਪੋਜ਼ਿਟਿਵ ਕੇਸਿਸ ਉਹਦੇ ਵਿੱਚ ਅਸੀਂ 13ਵੇਂ ਨੰਬਰ ਤੇ ਆਨੇ ਆ ਤੇ ਉਹੀ ਸਾਡਾ ਲਗਾਤਾਰ ਕੋਸ਼ਿਸ਼ ਹੈ
ਵੀ ਅਸੀਂ ਡੈਥ ਰੇਟਸ ਨੂੰ ਹੋਰ ਮਿਨੀਮਾਈਜ਼ ਕਰੀਏ ਤਾਂ ਕਿ ਸਾਡੀ ਕੇਸ ਫੈਟੈਲਿਟੀ ਰੇਟ ਹੋਰ ਥੱਲੇ ਆਵੇ। ਉਹਦੇ ਲਈ ਸਾਡੇ ਸਾਰਿਆਂ ਦੇ ਸਹਿਯੋਗ ਦੀ ਲੋੜ ਇਸ ਪ੍ਰਕਾਰ ਹੈ। ਇੱਕ ਤਾਂ ਕੋਈ ਵੀ ਜਲੰਧਰ ਦਾ ਨਿਵਾਸੀ ਕਿੱਥੇ ਵੀ ਉਹਨਾਂ ਨੂੰ ਲੱਗਦਾ ਹੈ ਕੋਈ ਸ਼ਾਰਟਨੈਸ ਆਫ ਬ੍ਰੈਥ ਜਾਂ ਕੁਝ ਇਸ ਟਾਈਪ ਦੇ ਸਿੰਪਟਮਸ ਨੇ, ਪਲੀਜ਼ ਤੁਸੀਂ ਜਾ ਕੇ ਸਿਵਲ ਹਸਪੀਟਲ ਰਿਪੋਰਟ ਕਰੋ। ਸਾਡਾ ਉਹਨਾਂ ਨੂੰ ਸਖਤ ਹਦਾਇਤ ਨੇ ਵੀ ਕੋਈ ਵੀ ਇਸ ਟਾਈਪ ਦਾ ਮਰੀਜ਼ ਜਿਹੜੇ ਸਿੰਪਟਮਸ ਆਫ ਕੋਵਿਡ ਦੇ ਨਾਲ ਆਂਦਾ ਹੈ ਤਾਂ ਉਹਨਾਂ ਨੂੰ ਜ਼ਰੂਰ ਐਡਮਿਟ ਕਰੋ ਐਂਡ ਇਲਾਜ ਚਾਲੂ ਕਰੋ। ਟੈਸਟ ਬਾਅਦ ਦੇ ਵਿੱਚ ਹੋਊਗਾ ਐਂਡ ਟੈਸਟ ਦੀ ਰਿਪੋਰਟ ਆਂਦੀ ਰਹੂਗੀ, ਪਰ ਇਲਾਜ ਪੱਖੋਂ ਅਸੀਂ ਕਿਸੇ ਨੂੰ ਡਿਲੇ ਨਹੀਂ ਕਰਨਾ। ਇਹ ਬਹੁਤ ਬਹੁਤ ਜ਼ਰੂਰੀ ਹੈ। ਇੱਕ ਵਾਰ ਮੈਂ ਹੋਰ ਅਪੀਲ ਕਰਨਾ ਚਾਹਾਂਗਾ ਕਿਉਂਕਿ ਇੰਡੀਅਨ ਸੋਸਾਇਟੀ ਦੇ ਵਿੱਚ ਸੈਲਫ ਮੈਡੀਕੇਸ਼ਨ ਦਾ ਕਾਫੀ ਟ੍ਰੈਂਡ ਹੈ। ਲੋਕੀ ਆਪਣੇ ਆਪ ਹੀ ਦਵਾਈ ਲਈ ਜਾ ਰਹੇ ਆ, ਕੁਝ ਇਲਾਜ ਕਰ ਲੈਂਦੇ, ਜ਼ੁਕਾਮ ਹੋ ਗਿਆ। ਤੇ ਪਲੀਜ਼ ਮੇਰੀ ਸਾਰਿਆਂ ਨੂੰ ਆਹੀ ਬੇਨਤੀ ਹੈ, ਜੇਕਰ ਆਪ ਜੀ ਸਾਰਿਆਂ ਨੂੰ ਲੱਗਦਾ ਵੀ ਕੋਈ ਸਾਹ ਲੈਣ ਦੇ ਵਿੱਚ ਤਕਲੀਫ ਆ ਰਹੀ ਹੈ ਤੇ ਇਮੀਡੀਏਟਲੀ ਹੀ ਤੁਸੀਂ ਰਿਪੋਰਟ ਕਰੋ ਸਿਵਲ ਹਸਪੀਟਲ। ਟਾਈਮਲੀ ਇੰਟਰਵੈਂਸ਼ਨ ਦੇ ਨਾਲ ਅਸੀਂ ਕਾਫੀ ਇਹਦੇ ਵਿੱਚ, ਕਿਉਂਕਿ ਡਿਲੇ ਜਿੱਥੇ ਵੀ ਕਰਦੇ ਆ ਤੇ ਬਹੁਤ ਹੀ ਜ਼ਿਆਦਾ ਉਹ ਘਾਤਕ ਸਾਬਿਤ ਹੁੰਦੀ ਹੈ ਕੋਵਿਡ ਦੇ ਵਿੱਚ। ਸੋ ਟਾਈਮਲੀ ਇੰਟਰਵੈਂਸ਼ਨ ਕਰਕੇ ਇਲਾਜ ਆਪਾਂ ਜ਼ਰੂਰ ਕਰਾ ਲਈਏ। ਤੇ ਉਦਾਂ ਹੀ ਅਸੀਂ ਚਾਹੁੰਦੇ ਆ ਵੀ ਜਿਹੜੀ ਸਾਡੀ ਆਸ਼ਾ ਦੀ ਵਰਕਰਸ ਵੀ ਡੋਰ ਟੂ ਡੋਰ ਸਰਵੇਲੈਂਸ ਤੇ ਜਾਂਦੇ, ਉਹ ਵੀ ਇਹੀ ਚੀਜ਼ ਨੂੰ ਦੇਖਦੇ ਆ ਵੀ ਕਿੱਥੇ ਕੋਈ ਸਰੀ, ਅਸੀਂ ਕਹਿੰਦੇ ਸੀਵੀਅਰ ਅਕਿਊਟ ਰੈਸਪੀਰੇਟਰੀ ਇਲਨੈਸ, ਸਰੀ ਦੇ ਕੇਸ ਹੈ ਜਾਂ ਇਨਫਲੂਐਂਜ਼ਾ ਲਾਈਕ ਇਲਨੈਸ, ILI ਕੇਸਿਸ ਹੈ, ਉਹਨਾਂ ਨੂੰ ਆਇਡੈਂਟੀਫਾਈ ਕਰਕੇ ਤੁਰੰਤ ਉਹ ਸਿਵਲ ਹਸਪੀਟਲ ਲੈ ਕੇ ਆਣ। ਐਂਡ ਅਦਰਵਾਈਜ਼ ਵੀ ਕੋਮੋਰਬਿਡ ਜਿੰਨੇ ਵੀ ਹੈ, ਅੱਜ ਵੀ ਅਸੀਂ ਤਕਰੀਬਨ ਜਿਹੜੇ ਸਾਡੇ ਕੰਟੇਨਮੈਂਟ ਮਾਈਕਰੋ ਕੰਟੇਨਮੈਂਟ ਜ਼ੋਨ ਹੈ ਉੱਥੋਂ 400 ਸੈਂਪਲ ਕੇਵਲ ਉਹਨਾਂ ਦੇ ਲਿੱਤੇ ਹੈ ਜਿਨ੍ਹਾਂ ਨੂੰ ਕੋਈ ਨਾ ਕੋਈ ਹੋਰ ਕੋਮੋਰਬਿਡਿਟੀ, ਕੋਈ ਹੋਰ ਬਿਮਾਰੀ ਹੈ, ਤਾਂ ਕਿ ਅਸੀਂ ਡੈਥ ਰੇਟ ਆਪਣੀ ਮਿਨੀਮਾਈਜ਼ ਕਰੀਏ। ਡੈਥ ਰੇਟ ਸਭ ਤੋਂ ਮਿਨੀਮਾਈਜ਼ ਕਰਨਾ ਸਾਡੇ ਲਈ ਇੰਪੋਰਟੈਂਟ ਹੈ। ਇਹ ਪੋਜ਼ਿਟਿਵ ਤੋਂ ਵੀ ਕੰਟਰੋਲ ਕਰਨਾ ਤੋਂ ਜ਼ਿਆਦਾ। ਦੇਖੋ ਪੋਜ਼ਿਟਿਵ ਕੇਸ ਆਉਂਦੇ ਹੈ, ਲੋਕੀ ਐਡਮਿਟ ਹੋਏ, ਇਲਾਜ ਹੋ ਗਿਆ, ਘਰ ਚਲੇ ਗਏ, ਉਹ ਬਹੁਤ ਘੱਟ ਕਰ ਇਨਸਾਨ ਹੈ, ਬਟ ਸਾਨੂੰ ਇਹ ਜ਼ਰੂਰ ਇਨਸ਼ੋਰ ਕਰਨਾ ਵੀ ਸਾਰੀ ਮੌਤਾਂ ਸਾਡੇ ਜ਼ਿਲ੍ਹੇ ਦੇ ਵਿੱਚ ਨਾ ਹੋਣ। ਸੋ ਉਹਦੇ ਲਈ ਹੀ ਸਭ ਤੋਂ ਜ਼ਿਆਦਾ ਫੋਕਸ ਸਾਡਾ ਐਡਮਿਨਿਸਟ੍ਰੇਸ਼ਨ ਦਾ, ਸਿਵਲ ਹਸਪੀਟਲ ਸਾਰੇ ਡਾਕਟਰ ਸਾਹਿਬਾਨਾਂ ਦਾ ਤੇ ਪੁਲਿਸ ਦਾ ਵੀ ਉਸ ਏਰੀਆ ਨੂੰ ਪੈਰੀਮੀਟਰ ਕੰਟਰੋਲ ਦੇ ਵਿੱਚ ਲੱਗਿਆ ਹੋਇਆ ਹੈ। ਤੇ ਅਸੀਂ ਆਸ ਕਰਦੇ ਹਾਂ ਵੀ ਇਹਨਾਂ ਗੱਲਾਂ ਦੇ ਉੱਤੇ ਤੁਹਾਨੂੰ ਵੀ ਕੋਈ ਪਤਾ ਚੱਲਦਾ ਹੈ। ਜੇਕਰ ਕੋਈ ਏਰੀਆ ਦੇ ਵਿੱਚ ਕੋਈ ਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰ ਹੈ ਜਾਂ ਕੋਈ ਕੈਮਿਸਟ ਸ਼ਾਪ ਹੈ ਜਿਨ੍ਹਾਂ ਨੂੰ ਲੱਗਦਾ ਵੀ ਹਾਂ ਵੀ ਇਸ ਟਾਈਪ ਦਾ ਕੋਈ ਪੇਸ਼ੈਂਟ ਹੈ, ਉਹ ਵੀ ਸਾਡੇ ਕੰਟਰੋਲ ਰੂਮ ਨੰਬਰ, ਜਿਸ ਦਾ ਨੰਬਰ ਹੈ 222 44 17, ਉੱਥੇ ਵੀ ਤੁਸੀਂ ਰਿਪੋਰਟ ਕਰ ਸਕਦੇ ਹੋ ਵੀ ਇਸ ਇਲਾਕੇ ਦੇ ਵਿੱਚ ਕੋਈ ਇਸ ਟਾਈਪ ਦਾ ਪੇਸ਼ੈਂਟ ਹੈ। ਇਹ DC ਆਫਿਸ ਦਾ ਕੰਟਰੋਲ ਨੰਬਰ ਹੈ, ਮੈਂ ਦੁਬਾਰਾ ਰਿਪੀਟ ਕਰਾਂਗਾ 222 44 17। ਐਂਡ ਅਦਰਵਾਈਜ਼ ਵੀ ਜੇਕਰ ਕਿਸੇ ਵੀ ਪੇਸ਼ੈਂਟ ਨੂੰ ਕੋਈ ਦਿੱਕਤ ਆਉਂਦੀ ਹੈ ਵੀ ਹਸਪੀਟਲ ਦੇ ਵਿੱਚ ਐਡਮਿਸ਼ਨ ਨਹੀਂ ਮਿਲ ਰਿਹਾ ਜਾਂ ਕੋਈ ਇੱਥੇ ਉਹਨਾਂ ਨੂੰ ਲੱਗ ਰਿਹਾ, ਕਿਉਂਕਿ ਕਈ ਵਾਰ ਸਟੋਰੀਜ਼ ਦੇਖਣ ਦੇ ਵਿੱਚ ਹੈ ਵੀ ਕੋਈ ਪੇਸ਼ੈਂਟ ਕੋਵਿਡ ਪੋਜ਼ਿਟਿਵ ਖੱਜਲ ਖੁਆਰੀ ਹੋ ਰਹੀ ਹੈ ਕਿਤੇ, ਉਸ ਚੀਜ਼ ਦੀ ਵੀ ਤੁਸੀਂ ਕੰਪਲੇਨ ਸਾਡੇ ਕੰਟਰੋਲ ਨੰਬਰ ਰੂਮ ਨੰਬਰ ਆਹੀ 222 44 17 ਦੇ ਉੱਤੇ ਕਰ ਸਕਦੇ ਹੋ। ਅਸੀਂ ਇੱਥੋਂ ਜ਼ਰੂਰ ਇਨਸ਼ੋਰ ਕਰਾਵਾਂਗੇ ਵੀ ਆਪ ਜੀ ਨੂੰ ਬਿਲਕੁਲ ਇਮੀਡੀਏਟਲੀ ਹੀ ਐਡਮਿਸ਼ਨ ਉੱਥੇ ਮਿਲ ਜਾਵੇ। ਧੰਨਵਾਦ ਜੀ ਬਹੁਤ ਬਹੁਤ ਸਾਰਿਆਂ ਦਾ। ਰਲ ਮਿਲ ਕੇ ਅਸੀਂ ਚਾਹਾਂਗੇ, ਇੱਕ ਅਸੀਂ ਆਪਣਾ ਪ੍ਰਸ਼ਾਸਨ ਦਾ ਆਫੀਸ਼ੀਅਲ ਫੇਸਬੁੱਕ ਪੇਜ ਵੀ ਬਣਾਇਆ, ਉਸ ਤੇ ਅਸੀਂ ਅਪਡੇਟ ਕਰਦੇ ਰਹਾਂਗੇ ਵੀ ਰੋਜ਼ ਦੇ ਕਿੰਨੇ ਪੇਸ਼ੈਂਟ ਆ ਰਹੇ ਨੇ, ਡਿਸਚਾਰਜ ਹੋ ਰਹੇ ਨੇ, ਹੋਰ ਵੀ ਆਫੀਸ਼ੀਅਲ ਜਾਣਕਾਰੀ ਹੈ ਉਸ ਤੇ ਵੀ ਅਪਡੇਟ ਕਰਦੇ ਰਹਾਂਗੇ। ਉਹਦੇ ਨਾਲ ਸਾਡਾ ਇੱਕ ਰਾਬਤਾ ਬਣਿਆ ਰਹੂਗਾ। ਧੰਨਵਾਦ ਜੀ। ਰਲ ਮਿਲ ਕੇ ਆਪਾਂ ਇਸ ਦੇ ਵਿੱਚ ਜ਼ਰੂਰ ਜੰਗ ਦੇ ਉੱਤੇ ਜਿੱਤ ਪਾਵਾਂਗੇ ਤੇ ਸਾਡੀ ਪੂਰੀ એનર્ਜੀ ਇਸ ਗੱਲ ਤੇ ਲੱਗੀ ਹੋਈ ਹੈ ਕਿ ਅਸੀਂ ਆਪਣਾ ਇਸ ਚੀਜ਼ ਨੂੰ ਕੰਟਰੋਲ ਵੀ ਕਰੀਏ, ਪਲੱਸ ਇਲਾਜ ਪੱਖੋਂ ਕੋਈ ਵੀ ਜਲੰਧਰ ਦਾ ਨਿਵਾਸੀ ਕਦੋਂ ਵਾਂਝਾ ਨਾ ਰਵੇ। ਤਾਂ ਬੈੱਡਸ ਦੀ ਪੂਰੀ ਐਕਸਪੈਂਸ਼ਨ ਦੇ ਵਿੱਚ, ਇਜ਼ਾਫੇ ਦੇ ਵਿੱਚ, ਭਾਵੇਂ ਉਹ ਲੈਵਲ 1 ਦੇ ਹੋਣ, ਲੈਵਲ 2 ਪਾਈਪਡ ਆਕਸੀਜਨ ਸਪਲਾਈ ਦੇ ਹੋਣ, ਵੈਂਟੀਲੇਟਰਸ ਵੀ ਆ ਪਿਛਲੇ ਹਫਤੇ ਵੀ 2 ਨਵੇਂ ਲੈ ਕੇ ਸਿਵਲ ਹਸਪੀਟਲ ਨੂੰ ਅਸੀਂ ਦਿੱਤੇ ਨੇ, ਹੋਰ ਵੀ ਲਵਾਂਗੇ ਤੇ ਅਸੀਂ ਪੂਰੇ ਇਸ ਕੰਮ ਦੇ ਵਿੱਚ ਲੱਗੇ। ਤੇ ਆਪ ਜੀ ਵੱਲੋਂ ਬਸ ਮੇਰੀ ਆਹੀ ਬੇਨਤੀ ਹੈ ਵੀ ਆਪਾਂ ਸੋਸ਼ਲ ਡਿਸਟੈਂਸਿੰਗ ਦੇ ਨੋਰਮ ਸਾਰੇ ਰੱਖੀਏ ਤਾਂ ਕਿ ਜਿਹੜੀ ਇਸ ਬਿਮਾਰੀ ਦੀ ਪ੍ਰੋਗਰੈਸ਼ਨ ਹੈ ਉਹ ਥੋੜੀ ਜੀ ਸਲੋ ਸਪੀਡ ਤੇ ਹੋਵੇ। ਤੇ ਹੋ ਸਕਦਾ ਵੀ ਇਨ ਦਾ ਮੀਨ ਟਾਈਮ ਕੋਈ ਆਪਣੇ ਕੋਲ ਵੈਕਸੀਨ ਵੀ ਇਸ ਚੀਜ਼ ਦੀ ਆ ਜਾਵੇ ਤੇ ਜਿਸ ਤੋਂ ਹੋਰ ਵੀ ਕੰਟਰੋਲ ਪਾਇਆ ਜਾ ਸਕਦਾ ਹੈ। ਧੰਨਵਾਦ ਸਾਰਿਆਂ ਦਾ ਬਹੁਤ ਬਹੁਤ।